ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ a very good morning ਜੀ, ਸਤਿ ਸ਼੍ਰੀ ਅਕਾਲ। हाँ जी सत श्री अकाल अर्श, बहुत मेहरबानी सारे श्रोतिਆਂ ਨੂੰ ਜੀ। ਆਓ ਫਿਰ ਖਬਰਾਂ ਦੇ ਵੱਲ ਅਸੀਂ ਵਧੀਆ ਜੀ। ਸਪੈਸ਼ਲੀ ਜਿਹੜੀ ਅੱਜ ਦੀ ਖਾਸ ਖਬਰ ਹੈ, ਰਸ਼ੀਅਨ ਮਿਲੀਟਰੀ ਸਮ ਯੂਨਿਟਸ ਹੈਵ ਸਟਾਰਟਡ ਕਿ ਉਹ ਥੋੜ੍ਹਾ ਜਿਹਾ ਪੁਸ਼ ਬੈਕ ਕਰ ਰਹੇ ਨੇ ਯੂਕਰੇਨ ਬਾਰਡਰ ਦੇ ਵਿੱਚ। ਤੁਹਾਨੂੰ ਪਤਾ ਹੀ ਹੈ ਕਿ ਜੇ ਰਸ਼ੀਅਨ ਅਤੇ ਯੂਕਰੇਨ ਦੇ ਵਿੱਚ ਜੋ ਇਸ ਵੇਲੇ ਲੜਾਈ ਚੱਲ ਰਹੀ ਜੀ, ਐਂਡ ਕਾਫੀ ਵੋਰ ਲਾਈਕ ਸਿਚੁਏਸ਼ਨ ਹੋਈਆਂ ਸੀ, ਪੈਦਾ ਹੋ ਚੁੱਕੀਆਂ ਸੀ, ਪਰੰਤੂ ਥੋੜ੍ਹਾ ਜਿਹਾ ਇਸ ਵੇਲੇ ਈਜ਼ ਹੋ ਚੁੱਕਾ। ਅਤੇ ਇੰਡੀਅਨ ਗਵਰਨਮੈਂਟ ਨੇ ਉਹਨਾਂ ਦੇ ਸਿਟੀਜ਼ਨਸ ਇਨ ਯੂਕਰੇਨ ਨੂੰ ਪੁੱਛਿਆ ਕਿ ਟੂ ਲੀਵ the country, and over I believe 20,000 Indian students ਇਸ ਵੇਲੇ ਉਸ ਕੰਟਰੀ ਦੇ ਵਿੱਚ ਨੇ। ਇਹ ਅਰਸ਼ ਨਾ ਪਿਛਲੇ ਵੀਕਸ ਤੋਂ ਆਪਾਂ ਦੇਖ ਰਹੇ ਹਾਂ ਵੀ ਟੈਨਸ਼ਨਸ ਜਿਹੜੀਆਂ ਉੱਥੇ ਸੀ ਉਹਦੇ ਵਿੱਚ US ਕੈਨੇਡਾ ਵੀ ਇਨਵੋਲਵਡ ਹੈ, ਕਿਉਂਕਿ ਨੈਟੋ ਪਾਰਟਨਰਸ ਹੋਣ ਕਰਕੇ। ਸੋ ਵੀ ਕੈਨੇਡਾ ਨੇ ਆਪਾਂ ਦੇਖਿਆ ਵੀ $120 ਮਿਲੀਅਨ ਪਿਛਲੇ ਦਿਨੀ ਗ੍ਰਾਂਟ ਕੀਤੇ, ਤੇ ਕੱਲ ਫੇਰ ਬਕਾਇਦਾ ਤੌਰ ਤੇ ਪ੍ਰਾਈਮ ਮਿਨਿਸਟਰ ਨੇ ਅਨਾਊਂਸ ਕੀਤਾ $500 ਮਿਲੀਅਨ ਤੇ ਉਹਦੇ ਨਾਲ ਤੇ ਮਾਰੂ ਤੇ ਜਾਨਲੇਵਾ ਹਥਿਆਰ ਦੇਣੇ ਵੀ ਮੰਨ ਲਏ। ਸੋ ਅਜੇ ਆ ਜਿਹੜਾ ਜੰਗ ਵਾਲਾ ਮਾਹੌਲ ਉੱਥੇ ਸਿਰਜਿਆ ਜਾ ਰਿਹਾ ਸੀਗਾ ਬਾਰਡਰਸ ਦੇ ਉੱਤੇ ਜੀ, ਤੇ ਉਸ ਤੋਂ ਜਿਹੜੀ ਸਿਚੁਏਸ਼ਨ ਉਹ ਕਾਫੀ ਜਿਹੜੀ ਆ ਉਹ ਕਹਿ ਲਓ ਵੀ ਡੇਂਜਰਸ ਮੂਡ ਤੇ ਜਾ ਰਹੀ ਲੱਗ ਰਹੀ ਸੀ, ਜਿਸ ਕਰਕੇ ਜਿਸ ਤਰ੍ਹਾਂ ਤੁਸੀਂ ਦੱਸਿਆ ਭਾਰਤ ਦੀ ਸਰਕਾਰ ਨੇ ਵੀ ਆਪਣੇ ਜਿਹੜੇ ਵੀ ਉੱਥੇ ਸਿਟੀਜ਼ਨਸ ਹੈਗੇ ਆ, ਇਨਕਲੂਡਿੰਗ ਵੀ ਵੱਡੀ ਤਾਦਾਦ ਦੇ ਵਿੱਚ ਤੇ ਸਟੂਡੈਂਟਸ ਆ ਜਿਹੜੇ ਪੜ੍ਹਨ ਜਾਂਦੇ ਆ ਯੂਕਰੇਨ ਦੇ ਵਿੱਚ 20,000 ਤੋਂ ਜ਼ਿਆਦਾ ਹੋ ਸਕਦੇ, ਉਹਨਾਂ ਨੂੰ ਕਿਹਾ ਵੀ ਟੈਂਪਰੇਰਲੀ ਤੁਸੀਂ ਇਹ ਕੰਟਰੀ ਛੱਡ ਕੇ ਆ ਜਾਓ ਵਾਪਸ। ਸੋ ਲੇਕਿਨ ਕਿ ਫਿਰ ਉਸੇ ਹੀ ਤਰਜ਼ ਤੇ ਕੁਝ ਘੰਟਿਆਂ ਤੋਂ ਬਾਅਦ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਉੱਥੋਂ ਰਸ਼ੀਅਨ ਮਿਲਟਰੀ ਸਮ ਯੂਨਿਟਸ ਆ ਜਿਹੜੇ ਵੀ ਉਹਨਾਂ ਨੇ ਵਾਪਸ ਕਾਲ ਕਰ ਲਏ ਆ, ਤੇ ਜਿਸ ਤੋਂ ਲੱਗਿਆ ਵੀ ਹੁਣ ਰਿਸਕ ਆ ਜਿਹੜਾ ਵਾਰ ਦਾ ਸ਼ਾਇਦ ਉਹ ਘੱਟ ਰਿਹਾ। ਪਰ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਡਿਪੈਂਡ ਕਰਦਾ ਵੀ ਤੁਸੀਂ ਕਿਹਦੇ ਨਾਲ ਗੱਲ ਕਰਦੇ ਹੋ। ਇੱਥੇ ਜੇ ਤੁਸੀਂ ਯੂਕਰੇਨ ਕਮਿਊਨਿਟੀ ਬਹੁਤ ਵੱਡੀ ਆ, ਜਿਹਦੇ ਕਰਕੇ ਕੈਨੇਡਾ ਸਦਾ ਜੀ ਵੀ ਯੂਕਰੇਨ ਦੀ ਡਿਫੈਂਸ ਵਾਸਤੇ ਅੱਗੇ ਆਉਂਦੇ ਨੇ। ਥੋੜ੍ਹਾ ਜਿਹਾ ਕਿਤੇ ਵੋਟ ਪੋਲੀਟਿਕਸ ਵੀ ਲੱਗਦੀ ਹੁੰਦੀ ਆ ਵੀ ਕਿਹੜੀ ਕਮਿਊਨਿਟੀ ਨੂੰ ਖੁਸ਼ ਰੱਖਣਾ, ਕਿਹੜੀ ਪੋਲੀਟੀਕਲ ਪਾਰਟੀ ਨੇ ਜੀ। ਸੋ ਤਦ ਕਰਕੇ ਇਹ ਆ ਜੀ ਵੀ ਕੁਛ ਲੋਕ ਇਹ ਵੀ ਕਹਿੰਦੇ ਆ ਵੀ ਉੱਥੇ ਤਾਂ ਪੋਲੀਟਿਕਸ ਹੀ ਇੱਦਾਂ ਦੀ ਚੱਲਦੀ ਆ ਰਸ਼ੀਅਨ ਕਮਿਊਨਿਟੀਜ਼ ਦੇ ਵਿੱਚ, ਜਾਂ ਰਸ਼ੀਅਨ ਜਿਹੜੇ ਕੰਟਰੀਜ਼ ਹੈਗੇ ਆ ਵੀ ਉਹਨਾਂ ਨੇ ਵੈਸਟਰਨ ਕੰਟਰੀਜ਼ ਤੋਂ ਮਨੀ ਕਿੱਦਾਂ ਮਿਲਕ ਕਰਨਾ, ਹੈ ਨਾ, ਵੀ ਥ੍ਰੈਟ ਕਰਕੇ ਵਾਰ ਕੀ ਸਿਚੁਏਸ਼ਨ ਬਣਾ ਕੇ। ਤੇ ਹੁਣ ਤੁਸੀਂ ਦੇਖੋ ਵੀ $500 ਮਿਲੀਅਨ ਕੱਲ੍ਹ ਦਿੱਤਾ, $120 ਮਿਲੀਅਨ 2 ਹਫ਼ਤੇ ਹੋਏ ਦਿੱਤਾ। ਉਸ ਲਿਹਾਜ਼ ਨਾਲ ਕੈਨੇਡਾ ਦਾ $620 ਮਿਲੀਅਨ ਚਲਾ ਗਿਆ, ਤੇ ਹੁਣ ਕਹਿੰਦੇ ਜੀ ਅਸੀਂ ਫੌਜਾਂ ਹਟਾ ਰਹੇ ਹਾਂ, ਹੈ ਨਾ। ਸੋ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਆਮ ਤੌਰ ਤੇ ਜੇ ਤੁਸੀਂ ਯੂਕਰੇਨ ਕਮਿਊਨਿਟੀਜ਼ ਦੇ ਵਿੱਚੋਂ ਕੁਝ ਲੋਕਾਂ ਨਾਲ ਗੱਲ ਕਰੋ ਤਾਂ ਉਹ ਕਹਿੰਦੇ ਵੀ ਅਸਲ ਦੇ ਵਿੱਚ ਯੂਕਰੇਨ ਦੀ ਜਿਹੜੀ ਗਵਰਨਮੈਂਟ ਆ ਵੀ ਉਹ ਕੈਨੇਡਾ ਪੱਕੀ ਨਾ ਸਮਝੋ, US ਪੱਕੀ ਨਾ ਸਮਝੋ ਜੀ, ਉਹ ਕਿਸੇ ਨਾ ਕਿਸੇ ਤਰ੍ਹਾਂ ਰਸ਼ੀਆ ਦੀ ਹਾਂ ਵਿੱਚ ਹਾਂ ਮਿਲਾਉਂਦੇ ਨੇ। ਤੇ ਪਰ ਵੈਸਟਰਨ ਕੰਟਰੀਜ਼ ਨੂੰ ਇਸ ਤਰੀਕੇ ਦੇ ਨਾਲ ਹਥਿਆਰ ਤੇ ਪੈਸਾ ਇਹਨਾਂ ਦੇ ਕੋਲੋਂ ਲੈਣ ਦੇ ਲਈ ਇੱਦਾਂ ਦੀ ਸਿਚੁਏਸ਼ਨ ਕਈ ਵਾਰੀ ਜਾਣ ਬੁੱਝ ਕੇ ਉੱਥੇ ਕ੍ਰੀਏਟ ਜਿਹੜੀ ਕੀਤੀ ਜਾਂਦੀ ਆ। ਸੋ ਹੁਣ ਲੈਟਸ ਸੀ, ਲੇਕਿਨ ਅਸੀਂ ਸਮਝਦੇ ਹਾਂ ਕਿ ਸਾਡੇ ਇੱਥੇ ਜਿਹੜਾ ਖੂਫੀਆ ਤੰਤਰ ਹੈ US ਦਾ, ਕੈਨੇਡਾ, ਉਹ ਵਰਕ ਕਰ ਰਿਹਾ ਹੋਏਗਾ, ਉਹਨਾਂ ਨੂੰ ਸਹੀ ਇਨਫੋਰਮੇਸ਼ਨ ਪਹੁੰਚ ਰਹੀ ਹੋਵੇਗੀ ਤੇ ਵੀ ਇਹ ਥ੍ਰੈਟ ਰੀਅਲ ਸੀ ਕਿ ਜਾਂ ਜਸਟ ਬਣਾਈ ਗਈ ਸੀ ਤਾਂ ਕਿ ਵੀ ਵੈਸਟ ਨੂੰ ਜਿਹੜਾ ਵੀ ਉਹ ਥ੍ਰੈਟ ਕੀਤਾ ਜਾ ਸਕੇ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਰਕਮਾਂ ਉਹ ਮਿਲ ਸਕਣ ਵਟ ਐਵਰ। ਲੇਕਿਨ ਕਿ ਵੀ ਹੁਣ ਖਬਰਾਂ ਇਹ ਆ ਕਿ ਉੱਥੋਂ ਜਿਹੜੀਆਂ ਫੌਜਾਂ ਰਸ਼ੀਅਨ ਆ ਉਹ ਵਾਪਸ ਜਾਣੀਆਂ ਸ਼ੁਰੂ ਹੋ ਗਈਆਂ, ਤੇ ਜਿਹਦੇ ਕਰਕੇ ਜਿਹੜੀ ਸਟਾਕ ਐਕਸਚੇਂਜ ਵੀ ਵਰਲਡ ਵਾਈਡ ਉਹ ਥੋੜਾ ਸੁੱਖ ਦਾ ਸਾਹ ਲੈ ਰਹੇ ਨੇ। ਜੌਲ ਸਾਹਿਬ, ਬਹੁਤ ਖੁਸ਼ੀ ਦੀ ਖਬਰ ਹੈ ਜੀ, ਸਾਡੇ ਕੈਨੇਡਾ ਦੇ ਵਿੱਚ ਇੱਥੇ ਵੱਖ ਦਰਵਾਜ਼ੇ ਖੋਲ੍ਹੇ ਨੇ। ਉੱਥੇ ਇਮੀਗ੍ਰੇਸ਼ਨ ਦੇ ਵਾਸਤੇ ਵੀ ਇੱਕ ਬਹੁਤ ਵੱਡੀ ਨਿਊਜ਼ ਆ ਰਹੀ ਹੈ ਸਾਹਮਣੇ। ਕੈਨੇਡਾ ਵਿਲ ਕੰਟੀਨਿਊ immigrants about 1% rate of the country's population। ਇਹ ਯੈਸਟਰਡੇ ਦੀ ਅਨਾਊਂਸਮੈਂਟ ਸੀ। ਕਾਫੀ ਵੱਡੀ ਤਾਦਾਦ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰਸ ਨੇ ਅੰਕੜੇ ਵੀ ਸਾਹਮਣੇ ਕੀਤੇ ਨੇ ਜੀ। ਬਿਲਕੁਲ ਅਰਸ਼ ਭਾਈ, ਬਹੁਤ ਦੇਰ ਇਹਨਾਂ ਨੇ ਦਰਵਾਜ਼ੇ ਬੰਦ ਕਰਕੇ ਵੀ ਟਰਾਈ ਕੀਤਾ, ਕਾਮਾਗਾਟਾ ਮਾਰੂ ਵਰਗਾ ਸ਼ਿਪ ਮੋੜ ਕੇ ਵੀ ਦੇਖ ਲਿਆ, ਪਰ ਉਸ ਤੋਂ ਬਾਅਦ ਲੱਗਿਆ ਵੀ ਜਿੰਨੇ ਲੋਕ ਸਾਡੇ ਜਿਹੜੇ ਰਿਟਾਇਰ ਹੋ ਰਹੇ ਆ, ਪਾਪੂਲੇਸ਼ਨ ਗਰੋਥ ਹੈ ਨਹੀਂ ਗੀ ਇੱਥੋਂ ਦੀ ਬੋਰਨ, ਇਹਦੇ ਕਰਕੇ ਵੀ ਜੇ ਜਾਣੀ ਕਿ ਵੀ ਇਕੋਨਮੀ ਨੂੰ ਅੱਗੇ ਚਲਾਉਣਾ ਤੇ ਇਮੀਗ੍ਰੇਸ਼ਨ ਹੀ ਇੱਕੋ ਇੱਕ ਸੋਲਿਊਸ਼ਨ ਆ। ਤੇ ਜਿਹਦੇ ਕਰਕੇ ਫਿਰ ਹੁਣ ਜਿਹੜੇ ਦਰਵਾਜ਼ੇ ਆ ਜੀ ਪੀ ਐਨ ਸਪਾਟ ਚੌੜੇ ਖੋਲੇ ਹੋਏ ਨੇ ਪਿਛਲੇ ਵੈਸੇ ਲੰਬੇ ਸਮੇਂ ਤੋਂ, ਤੇ ਜਿਹਦੇ ਵਿੱਚ ਕਿ ਹੁਣ ਲੱਗ ਰਿਹਾ ਵੀ ਰਹਿੰਦੇ ਖੁੰਦੇ ਜੇ ਥੋੜ੍ਹੇ ਬਹੁਤੇ ਵੀ ਢੋਏ ਸੀਗੇ ਤੇ ਹੋਰ ਜ਼ਿਆਦਾ ਉਹ ਖੁੱਲ੍ਹੇ ਕੀਤੇ ਜਾ ਰਹੇ ਆ, ਜੋ ਕਿ ਕੱਲ੍ਹ ਲੈਵਲਸ ਅਗਲੇ 3 ਸਾਲਾਂ ਦੇ ਰਿਲੀਜ਼ ਕੀਤੇ ਗਏ ਆ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ। ਉਹਨਾਂ ਦੇ ਵਿੱਚ ਤਾਂ ਇਹੀ ਦੇਖ ਕੇ ਪਤਾ ਲੱਗਦਾ ਵੀ ਜਿਹੜਾ 4,11,000 ਦਾ ਟਾਰਗੇਟ ਸੀ ਇਸ ਸਾਲ ਦਾ, ਉਹਨੂੰ ਵਧਾ ਕੇ ਹੁਣ 4,31,000 ਤੋਂ ਵੀ ਜ਼ਿਆਦਾ ਕੀਤਾ ਗਿਆ। ਸੋ ਇੱਦਾਂ ਹੀ ਜਾਣੀ ਕਿ ਜਿਹੜਾ ਉਹ ਤੋਂ ਅਗਲੇ ਸਾਲ ਦਾ ਫਿਰ 2023 ਦਾ ਟਾਰਗੇਟ ਆ ਉਹਨੂੰ ਵੀ ਜੈਕਅਪ ਕੀਤਾ ਗਿਆ ਤੇ 4,47,000 ਦੇ ਕਰੀਬ ਜਿਹੜੇ ਨਵੇਂ
ਲੋਕ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਜਾਣੀ ਕਿ ਪੱਕੇ ਤੌਰ ਤੇ ਵਸਣ ਦਾ ਮੌਕਾ ਮਿਲੂਗਾ। ਇੱਦਾਂ ਹੀ ਫਿਰ 2024 ਦੇ ਵਿੱਚ ਵੀ ਜਾ ਕੇ 4.5 ਲੱਖ ਤੋਂ ਵੀ ਜ਼ਿਆਦਾ ਲੋਕ ਨੇ ਜਿਹੜੇ ਵੀ ਉਹ ਪੱਕੇ ਆ ਸਕਣਗੇ। ਕੁੱਲ ਮਿਲਾ ਕੇ ਜਾਣੀ ਕਿ ਵੀ ਇਹ 3 ਸਾਲਾਂ ਦਾ ਜਿਹੜਾ ਐਗਰੀਗੇਟ ਜੇ ਦੇਖਿਆ ਜਾਵੇ ਤੇ ਓਵਰ 1 ਪੁਆਇੰਟ ਜਿਹੜਾ ਸਾਡੀ ਕੈਨੇਡਾ ਦੀ ਪਾਪੂਲੇਸ਼ਨ ਆ ਉਹਦੇ ਨਾਲੋਂ ਵੀ ਜ਼ਿਆਦਾ ਜਿਹੜੇ ਲੋਕ ਆ ਉਹ ਕੈਨੇਡਾ ਦੇ ਵਿੱਚ ਆ ਸਕਣਗੇ ਪੱਕੇ ਤੌਰ ਤੇ ਰਹਿਣ ਦੇ ਵਾਸਤੇ ਵਿਦੇਸ਼ਾਂ ਤੋਂ। ਸੋ ਕੁੱਲ ਮਿਲਾ ਕੇ ਜਾਣੀ ਕਿ ਇਹਦੇ ਵਿੱਚ ਧਿਆਨ ਇਹ ਰੱਖਿਆ ਜਾਣਾ ਵੀ ਕਿਉਂਕਿ ਇੱਥੇ ਜਿਹੜਾ ਲੋਕਾਂ ਨੂੰ ਆਉਣ ਦਾ ਮੌਕਾ ਉਸ ਲਿਹਾਜ਼ ਨਾਲ ਮਿਲਦਾ ਜਿਵੇਂ ਕਿ ਕੈਨੇਡਾ ਦੀ ਇਕੋਨੋਮੀ ਨੂੰ ਜਿਹੜਾ ਵੀ ਵਰਕਰਸ ਦੀ ਜ਼ਰੂਰਤ ਹੈਗੀ ਹੈ ਤੇ ਜਿਹਦੇ ਕਰਕੇ ਫਿਰ ਇਕਨੋਮਿਕ ਕਲਾਸ ਦੇ ਵਿੱਚ ਹੀ ਜਿਹੜਾ ਜੀ ਸਭ ਤੋਂ ਜ਼ਿਆਦਾ ਲੋਕ ਆ ਜਿਹੜੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਜੀ, ਉਹਨਾਂ ਨੂੰ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜੀ ਜ਼ਿਆਦਾ ਆਪਰਚੁਨਿਟੀ ਆ ਉਹ ਜਿਹੜੀ ਮਿਲਣੀ ਹੈ। ਸੋ ਫੈਡਰਲ ਸਕਿੱਲਡ ਵਰਕਰ ਜਿਹੜੀ ਹੈ ਪ੍ਰੋਗਰਾਮ ਹੈ ਉਹਦੇ ਵਿੱਚ ਜਿਹੜੇ 60% ਲੋਕ ਇਹ ਕੁੱਲ ਜਿੰਨੇ ਵੀ PR ਵੀਜ਼ੇ ਦਿੱਤੇ ਜਾਣੇ ਆ ਉਹਨਾਂ ਨੂੰ ਅਪਰਚੁਨਿਟੀ ਮਿਲਣੀ ਹੈ। ਸੋ ਕੁੱਲ ਮਿਲਾ ਕੇ ਇਹ ਹੈ ਜੀ ਵੀ ਮਿਨਿਸਟਰ ਨੇ ਭਾਵੇਂ ਕਿਹਾ ਕਿ ਜਿਹੜੀ ਫੈਮਿਲੀ ਰੀਯੂਨੀਫਿਕੇਸ਼ਨ ਹੈ ਤੇ ਜਾਂ ਫਿਰ ਹਿਊਮੈਨੀਟੇਰੀਅਨ ਬੇਸਿਸ ਤੇ ਜਿਹਦੇ ਵਿੱਚ ਰੈਫਿਊਜੀਜ਼ ਵੀ ਹੈਗੇ ਆ ਉਹਨਾਂ ਨੂੰ ਵੀ ਨਾਲ ਦੀ ਨਾਲ ਅਪਰਚੁਨਿਟੀ ਮਿਲਦੀ ਰਹੇਗੀ, ਪਰ ਜਿਹੜਾ ਮੇਨ ਕੰਸਨਟ੍ਰੇਸ਼ਨ ਆ ਇਮੀਗ੍ਰੇਸ਼ਨ ਪਾਲਿਸੀ ਦੀ ਉਹ ਇਕਨੋਮਿਕ ਇਮੀਗ੍ਰੇਸ਼ਨ ਦੇ ਆਲੇ ਦੁਆਲੇ ਘੁੰਮਣੀ ਆ ਜੀ। ਬਹੁਤ ਵੱਡੀ ਨਿਊਜ਼ ਹੈ ਜੀ। ਸੋ ਆਈ ਹੋਪ ਜਿਨ੍ਹਾਂ ਨੇ ਵੀ ਐਪਲੀਕੇਸ਼ਨ ਸਟਕ ਸੀ ਉਹ ਹੁਣ ਰਸਤੇ ਵੀ ਖੋਲ੍ਹ ਰਹੇ ਨੇ। ਮੈਨੂੰ ਕੱਲ੍ਹ ਫੋਨ ਵੀ ਆਏ ਸੀ ਸਪੈਸ਼ਲੀ ਜਿਨ੍ਹਾਂ ਦੇ ਕਾਫੀ ਵੱਡੀ 2 ਸਾਲਾਂ ਤੋਂ ਜਿਹੜਾ PR ਸਟਕ ਸੀ ਉਹ ਹੁਣ ਕਾਲਸ ਆ ਰਹੇ ਨੇ ਐਂਡ ਦੈਟ ਇਜ਼ ਅ ਵੈਰੀ ਗੁੱਡ ਨਿਊਜ਼। ਸੋ ਦੈਟ ਮੀਨਸ ਦ ਬਾਲ ਇਜ਼ ਰੋਲਿੰਗ। ਜੋਲ ਸਾਹਿਬ ਅਗਲੀ ਖਬਰ ਵੀ ਕਾਫੀ ਇੰਟਰਸਟਿੰਗ ਹੈ ਜੀ। ਪਾਵਰ ਸ਼ੋ ਕੀਤੀ ਗਈ ਕੱਲ੍ਹ ਐਜ਼ ਯੂ ਨੋ ਐਮਰਜੈਂਸੀ ਕਾਲ ਕੀਤੀ ਗਈ, ਡਿਕਲੇਅਰ ਕੀਤੀ ਗਈ PM ਟਰੂਡੋ ਸਾਹਿਬ ਵੱਲੋਂ ਐਂਡ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਨ੍ਹਾਂ ਨੂੰ ਡਰ ਸੀ ਉਸ ਸਟੇਟਮੈਂਟ ਦਾ ਉਹ ਤਾਂ ਆਪਣੇ ਆਪਣੇ ਦਾਇਰੇ ਛੱਡ ਕੇ ਚੱਲ ਗਏ। ਭਾਵ ਪ੍ਰੋਟੈਸਟਰਸ ਲੈਫਟ ਬਲੌਕ ਪਾਰਟ ਆਫ ਹਾਈਵੇ 402 ਯੈਸਟਰਡੇ ਜੋ ਐਮਰਜੈਂਸੀ ਇਨਫੋਰਸਮੈਂਟ ਵੀ ਕੀਤੀ ਗਈ ਐਂਡ ਕਾਫੀ ਵੱਡੀ ਤਾਦਾਦ ਦੇ ਵਿੱਚ ਜਿੱਥੇ ਸਾਰਨੀਆ ਦੇ ਵਿੱਚ ਜਾਂ ਵੱਡੇ ਤਾਦਾਦ ਦੇ ਵਿੱਚ ਰੇਨਬੋ ਬ੍ਰਿਜ ਦੇ ਉੱਤੇ ਜਿੱਥੇ ਵੀ ਪ੍ਰੋਟੈਸਟ ਲੱਗੇ ਹੋਏ ਸਨ ਕਾਫੀ ਵੱਡੀ ਤਾਦਾਦ ਦੇ ਵਿੱਚ ਹੁਣ ਤੱਕ ਕਲੀਅਰ ਹੋ ਚੁੱਕੇ ਨੇ। ਪ੍ਰੋਗਰਾਮ 'ਚ ਆਵਾਜ਼ ਆ ਰਹੀ ਹੈ ਜੀ? ਆ ਰਹੀ ਹੈ ਜੀ। ਬਸ ਇੰਨਾ ਕੁ ਐਡ ਕਰਨਾ ਚਾਹੁੰਦੇ ਸੀ ਜੋ ਇਮੀਗ੍ਰੇਸ਼ਨ ਦੇ ਸਿਲਸਿਲੇ ਦੇ ਵਿੱਚ ਆ। ਤੁਹਾਡੀ ਆਵਾਜ਼ ਥੋੜੀ ਜਿਹੀ ਕੱਟ ਰਹੀ ਹੈ ਜੀ। ਅੱਛਾ ਜੀ, ਵੀ ਜੇ ਇਮੀਗ੍ਰੇਸ਼ਨ ਦੀ ਜਿਹੜੀ ਆਪਾਂ ਗੱਲ ਕੀਤੀ ਆ ਨਾ ਵੀ ਵਿਅਕਤੀ ਥੋੜਾ ਜਿਹਾ ਡਿਲੀਜੈਂਟਲੀ ਪਲਾਨ ਕਰ ਲੈਣ ਵੀ ਸਕਿਲਡ ਆਪਣੀਆਂ ਹੁਣ ਪੰਜਾਬ ਦੇ ਵਿੱਚ ਖਾਸ ਤੌਰ ਤੇ ਆਪਣੇ ਪੇਰੈਂਟਸ ਕੋਲ ਰਹਿ ਕੇ ਜੋ ਬੱਚਿਆਂ ਨੂੰ ਲੜਕਿਆਂ ਨੂੰ ਲੜਕੀਆਂ ਨੂੰ ਪੜ੍ਹਨ ਦਾ ਕੁਆਲੀਫਾਈ ਹੋਣ ਦਾ ਮੁਫਤ ਦੇ ਵਿੱਚ ਮੌਕਾ ਮਿਲਦਾ, ਇੱਥੇ ਆ ਕੇ ਜਾਣੀ ਹੱਡ ਗੋਡੇ ਰਗੜਨੇ ਪੈਂਦੇ ਆ ਜੀ, ਵੱਡੇ ਖਰਚੇ ਕਰਨੇ ਪੈਂਦੇ ਆ ਸਟੱਡੀ ਤੇ ਜਿਹੜੇ ਲੋਕ ਆਉਂਦੇ ਨੇ, ਵੱਡੀਆਂ ਖੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ, ਬਹੁਤ ਕੁਝ ਵੇਚਣਾ ਤੇ ਵਿਕਣਾ ਪੈਂਦਾ, ਆਪਣੇ ਸਾਹਮਣੇ ਹੀ ਆ ਸਭ ਕੁਝ, ਮਰਨਾ ਪੈਂਦਾ, ਖੁਦਕੁਸ਼ੀਆਂ ਹੋ ਜਾਂਦੀਆਂ ਜੀ। ਉਹਦੇ ਨਾਲੋਂ ਮਤਲਬ ਸਟੱਡੀ ਪਰਮਿਟ ਨਾਲੋਂ ਇਹ ਬਹੁਤ ਸਸਤਾ ਸੌਦਾ ਆ ਵੀ ਪੰਜਾਬ ਦੀ ਧਰਤੀ ਤੇ ਰਹਿ ਕੇ ਤੁਸੀਂ ਉੱਦਾਂ ਦੀ ਐਜੂਕੇਸ਼ਨ, ਤੁਸੀਂ ਉੱਦਾਂ ਦਾ ਵਰਕ ਐਕਸਪੀਰੀਅੰਸ, ਤੁਸੀਂ ਆਪਣੀ ਪ੍ਰੋਫੈਸ਼ਨਲ ਜਿਹੜੀ ਡਿਗਰੀਜ਼ ਆ ਉਹਨਾਂ ਨੂੰ ਅਪਗ੍ਰੇਡ ਕਰ ਲਓ, BA ਹੋ ਜਾਓ, ਬਾਕੀ ਸਾਰੇ ਤਜਰਬੇ ਹਾਸਲ ਕਰ ਲਓ, ਕੁਆਲੀਫਾਈ ਹੋ ਕੇ ਸ਼ਾਨ ਦੇ ਨਾਲ ਸਕਿਲਡ ਵਰਕਰ ਵਜੋਂ ਇਸ ਕੈਨੇਡਾ 'ਚ ਤੁਸੀਂ ਪੱਕੀ ਇਮੀਗ੍ਰੇਸ਼ਨ ਲੈ ਕੇ ਆ ਸਕਦੇ ਆ। ਸੋ ਇੱਥੇ ਆ ਕੇ ਸਟੂਡੈਂਟ ਵਰਕਰ ਚਲੋ ਮੰਨਦਾ ਤੇ ਕੋਈ ਨਹੀਂ, ਹਰ ਇੱਕ ਨੂੰ ਹਾਂਜੀ ਜਰਾ ਖੁਸ਼ ਸੰਭਾਲੀ ਨਹੀਂ ਤੇ ਕੈਨੇਡਾ 'ਚ ਪੈਰ ਰੱਖਣ ਦੀ ਕਾਹਲੀ ਆ, ਪਰ ਜੇ ਆਪਾਂ ਡਿਲੀਜੈਂਟਲੀ ਸੋਚ ਲਈਏ ਤੇ ਬਹੁਤ ਇਹ ਸਸਤਾ ਸੌਦਾ ਆ ਕਿ ਅਸੀਂ ਪੰਜਾਬ ਦੀ ਧਰਤੀ ਤੇ ਕੁਆਲੀਫਾਈ ਹੋ ਜਾਈਏ, ਆ ਜਾਈਏ ਕੈਨੇਡਾ ਬਾਅਦ ਦੇ ਵਿੱਚ ਜਦੋਂ ਅਸੀਂ ਸਮਰੱਥ ਹੋ ਜਾਈਏ, ਥੋੜਾ ਹੋਰ ਮੈਚਿਓਰ ਹੋ ਜਾਈਏ, ਸਾਡੇ ਕੋਲ ਬੈਟਰ ਕੁਆਲੀਫਿਕੇਸ਼ਨ ਹੋ ਜਾਏ, ਅਸੀਂ ਈਜ਼ੀਲੀ ਇੱਥੇ ਆ ਕੇ ਐਸਟੈਬਲਿਸ਼ ਹੋ ਸਕੀਏ। ਸੋ ਇੱਥੇ ਆ ਕੇ ਟੋਕਰੀਆਂ ਢੋਣ ਦੀ ਚੋਣ ਕਰਨ ਦੇ ਨਾਲੋਂ ਵੀ ਜੇ ਅਸੀਂ ਉਸ ਪੰਜਾਬ ਦੀ ਧਰਤੀ ਤੇ ਜਿਹੜਾ ਸਾਨੂੰ ਉੱਥੇ ਗਿਫਟ ਵਿੱਚ ਮਿਲਦੇ ਆ ਇਹੋ ਜਿਹੇ ਪੇਰੈਂਟ ਜਿਹੜੇ ਕਿ ਬੱਚਿਆਂ ਲਈ ਜਾਨ ਵਾਰਨ ਤੱਕ ਜਾਂਦੇ ਆ ਤੇ ਸਭ ਕੁਝ ਉਹਨਾਂ ਲਈ ਹਾਜ਼ਰ ਕਰਦੇ ਆ। ਸੋ ਜੇ ਉੱਥੇ ਅਸੀਂ ਥੋੜ੍ਹਾ ਜਿਹਾ ਠੰਡ ਰੱਖ ਕੇ ਪੜ੍ਹ ਲਈਏ, 2-4 ਸਾਲ BA ਕਰ ਲਈਏ, ਵਰਕ ਐਕਸਪੀਰੀਅੰਸ ਲੈ ਲਈਏ, ਲੈਂਗੁਏਜ ਦੀ ਕੰਪੀਟੈਂਸੀ ਕਰ ਲਈਏ, ਸਭ ਕੁਛ ਦੇ ਨਾਲ ਜਾਣੀ ਕਿ ਮੌਕੇ ਮਿਲ ਸਕਦੇ ਆ। ਬਾਕੀ ਚੋਣ ਆਪੋ ਆਪਣੀ ਆ ਜੀ। ਉਸ ਲਿਹਾਜ਼ ਨਾਲ ਜਿਹੜੀ ਆਪਾਂ ਹੁਣ ਗੱਲ ਕਰਨਾ ਚਾਹੁੰਦੇ ਸੀ ਖਾਸ ਤੌਰ ਤੇ ਵੀ ਜੋ ਇਹ ਸਿਚੁਏਸ਼ਨ ਬਣ ਰਹੀ ਹੈ ਕੱਲ੍ਹ ਦੇ ਇਮੀਗ੍ਰੇਸ਼ਨ ਦੀ ਮਾਫੀ ਚਾਹੁੰਦੇ ਹਾਂ ਜੀ ਐਮਰਜੈਂਸੀ ਦੀ ਅਨਾਊਂਸਮੈਂਟ ਤੋਂ ਬਾਅਦ ਜੀ। ਸੋ ਪਹਿਲੀ ਵਾਰ ਹਿਸਟਰੀ ਦੇ ਵਿੱਚ ਜਾਣੀ ਭਾਵੇਂ ਕਿ ਪਿਆ ਸੀਗਾ ਫੈਡਰਲ ਗਵਰਨਮੈਂਟ ਦੇ ਕੋਲੋਂ ਇਹ ਐਮਰਜੈਂਸੀਜ਼ ਐਕਟ, ਉਹਨੂੰ ਲੇਕਿਨ ਕਿ ਹੁਣ ਯੂਜ਼ ਕੀਤਾ ਜਾ ਰਿਹਾ। ਕੱਲ੍ਹ ਅਨਾਊਂਸਮੈਂਟ ਜਿਸ ਲਿਹਾਜ਼ ਨਾਲ ਹੋਈ ਹੈ ਲੋਕਾਂ ਨੂੰ ਪਤਾ ਹੀ ਹੈ ਭੈਣ ਭਰਾਵਾਂ ਨੂੰ ਉਹਦਾ, ਲੇਕਿਨ ਕਿ ਜੋ ਇਹ ਮੈਸੇਜ ਸ਼ਾਇਦ ਗਵਰਨਮੈਂਟ ਦੇਣਾ ਚਾਹੁੰਦੀ ਸੀ ਉਹ ਇਹਨਾਂ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ਤੱਕ ਪਹੁੰਚ ਰਿਹਾ ਆ ਤੇ ਇਹ ਪਤਾ ਲੱਗ ਰਿਹਾ ਵੀ ਜਿਹੜਾ ਜਾਣੀ ਇਹ ਸਾਰਨੀਆ ਨੂੰ ਜਾਂਦਾ ਲੰਦਨ ਤੋਂ ਹਾਈਵੇ ਇਹ ਬਲੋਕ ਕੀਤਾ ਹੋਇਆ ਸੀਗਾ, ਇਹ ਬਲੋਕ ਫਿਰ ਉਹਨਾਂ ਨੇ ਕੱਲ ਆਪ ਹੀ ਚੁੱਕ ਲਿਆ, ਜਾਣੀ ਕਿ ਹਾਈਵੇ ਖਾਲੀ ਕਰਕੇ ਉਹ ਚੱਲ ਗਏ। ਉਹਦੇ ਲਿਹਾਜ਼ ਨਾਲ ਇਹ ਅੱਜ ਵੀ ਜਿਹੜੀ ਹੁਣ ਟ੍ਰੈਫਿਕ ਆ ਉਹ ਉਸ ਹਾਈਵੇ ਤੇ ਸਮੂਥ ਹੋ ਚੁੱਕੀ ਹੈ।
ਇੱਦਾਂ ਓਟਾਵਾ ਡਾਊਨਟਾਊਨ ਦੇ ਵਿੱਚ ਪਤਾ ਲੱਗ ਰਿਹਾ ਸੀ ਕਿ ਅਨਾਊਂਸਮੈਂਟ ਤੋਂ ਬਾਅਦ ਕਾਫੀ ਵੱਡੀ ਤਾਦਾਦ ਵਿੱਚ ਜਿਹੜੇ ਟਰੱਕਸ ਨੇ ਉੱਥੋਂ ਉਹ ਰਿਮੂਵ ਕਰ ਲਏ ਗਏ ਸਟਰੀਟ ਤੋਂ ਆਪਣੇ ਆਪ ਜੀ। ਸੋ ਰਹਿੰਦਾ ਖੁੰਦਾ ਅੜਿੱਕਾ ਜਿਹੜਾ ਜਿੱਥੇ ਅੱਗੇ ਕਿਸ ਤਰੀਕੇ ਦੇ ਨਾਲ ਖਤਮ ਹੁੰਦਾ ਜਾਂ ਫਿਰ ਉਹ ਕੀਤਾ ਜਾਂਦਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਹੀ ਜਾਣਾ ਆ। ਪਰ ਹੌਲੀ ਹੌਲੀ ਜਿਹੜਾ ਜੀ ਲੱਗ ਰਿਹਾ ਵੀ ਇਹ ਕਲੀਨ ਅਪ ਵਾਲੇ ਨੂੰ ਪਾਸੇ ਨੂੰ ਜਿਹੜੀ ਆ ਉਹ ਗੱਲ ਵਧਣੀ ਸ਼ੁਰੂ ਹੋ ਗਈ ਆ। ਪਰ ਇੱਥੇ ਤੱਕ ਪਹੁੰਚਣੀ ਤਾਂ ਨਹੀਂ ਸੀ ਚਾਹੀਦੀ, ਪਤਾ ਨਹੀਂ ਕਿਉਂ ਇਹ ਗਵਰਨਮੈਂਟ ਨੇ ਇੱਥੇ ਤੱਕ ਪਹੁੰਚਾਈ ਆ। ਆਪਾਂ ਦੇਖ ਰਹੇ ਹਾਂ ਵੀ ਇਹ ਪਰ ਜਿੰਨਾ ਸਮਾਂ ਇਹ 2 ਸਾਲ ਲੰਘੇ ਆ ਕਹਿ ਲਓ COVID-19 ਦੇ, ਉਹਦੇ ਵਿੱਚ ਗਵਰਨਮੈਂਟ ਨੇ ਬਹੁਤ ਵਧੀਆ ਕੰਮ ਕੀਤੇ ਆ। ਦੁਨੀਆ ਦੇ ਵਿੱਚ ਟੌਪ ਤੇ ਸਾਡਾ ਕੰਟਰੀ ਆ ਜਿਨ੍ਹਾਂ ਨੇ ਕਿ ਵੈਕਸੀਨ ਕੀਤੀ, ਲੋਕਾਂ ਤੱਕ ਵੀ ਪਹੁੰਚਾਈ, ਟੌਪ ਦੇ ਵੈਕਸੀਨੇਸ਼ਨ ਕਲੀਨਿਕ ਬਣਾਏ, ਹਰ ਤਰ੍ਹਾਂ ਖਿਆਲ ਰੱਖਿਆ, ਘਰੇ ਬੈਠੇ ਲੋਕਾਂ ਨੂੰ ਮਦਦ ਦਿੱਤੀ ਜੀ। ਚਲੋ ਉਹਦੇ ਵਿੱਚ ਕਿਤੇ ਨਾ ਕਿਤੇ ਪੋਲੀਟੀਕਲੀ ਰਾਜਨੀਤਿਕ ਲੀਡਰਾਂ ਦੀ ਕਮਜ਼ੋਰੀ ਹੁੰਦੀ ਪਈ, ਸਿਰਾ ਵੀ ਉਹਨਾਂ ਨੇ ਆਪਣੇ ਸਿਰ ਤੇ ਬਣਾਉਣਾ, ਵਿੱਚ ਹੀ ਇਲੈਕਸ਼ਨ ਦਾ ਖਲਾਰਾ ਪਾ ਕੇ ਬਹਿ ਗਏ। ਫਾਇਦਾ ਉਹਦਾ ਕੋਈ ਹੋਇਆ ਕਿ ਨਹੀਂ ਉਹ ਆਪਣੇ ਸਾਹਮਣੇ ਹੀ ਆ, ਰਿਜ਼ਲਟ ਤਾਂ ਸੇਮ ਹੀ ਰਿਹਾ। ਸੋ ਉਸ ਲਿਹਾਜ਼ ਨਾਲ ਐਂਡ ਤੇ ਜਾਣੀ ਇਸ ਕੋਵਿਡ ਦੀ ਮਹਾਮਾਰੀ ਨੂੰ ਇੰਨਾ ਵਧੀਆ ਕੰਟਰੋਲ ਕਰਕੇ ਅੰਤ ਤੇ ਜਿਹੜਾ ਇਹ ਪੰਜਾਬੀ ਤਾਂ ਆਪਾਂ ਕਹਿੰਦੇ ਹੋਵੇ ਸਿਰ 'ਚ ਸਵਾਹ ਪਾਉਣ ਵਾਲੀ ਗੱਲ ਹੀ ਹੋਈ ਆ ਜੀ ਵੀ ਸਾਰਾ ਕੁਝ ਇੰਨਾ ਵਧੀਆ ਕੰਮ ਕਰਕੇ ਇਸ ਗੱਲ ਨੂੰ ਇਸ ਤਰੀਕੇ ਨਾਲ ਵਿਗਾੜ ਐਟ ਦਾ ਐਂਡ ਕਿਉਂ ਲਿਆ ਗਿਆ ਇਹ ਕਿਸੇ ਦੀ ਸਮਝ ਵਿੱਚ ਨਹੀਂ ਆ ਰਿਹਾ। ਜਿਹੜਾ ਕਿ ਇਸ ਕੰਮ ਇੰਨਾ ਔਖਾ ਤੇ ਨਹੀਂ ਸੀ ਲੱਗ ਰਿਹਾ। ਕ੍ਰਿਟਿਕ ਵੀ ਇਹ ਗੱਲ ਮੰਨਦੇ ਆ ਕਿ ਜੇ ਉਹ ਆ ਹੀ ਰਹੇ ਸੀ ਉਹਨਾਂ ਦੇ ਨਾਲ ਡਿਪਲੋਮੈਟਿਕਲੀ ਨਰਮੀ ਨਾਲ ਪੇਸ਼ ਆ ਜਾਇਆ ਜਾਂਦਾ ਫੈਡਰਲ ਗਵਰਨਮੈਂਟ ਦੇ ਵੱਲੋਂ ਉੱਥੇ ਓਟਾਵਾ ਵਿੱਚ ਜਦੋਂ ਪਹੁੰਚੇ ਹੀ ਸੀਗੇ ਤੇ ਬੜਾ ਕੁਝ ਜਿਹੜਾ ਜੀ ਸਮੂਥ ਸ਼ਾਇਦ ਇਹ ਹੋ ਸਕਦਾ ਸੀਗਾ। ਪਰ ਅੜੀ ਨਾਲ ਜਿਹੜਾ ਮਸਲਾ ਇੱਥੋਂ ਤੱਕ ਪਹੁੰਚਾ ਦਿੱਤਾ ਗਿਆ ਜਿਹਦ ਨਾਲ ਵਿਗਾੜ ਕੇ ਇਹ ਤਾਂ ਹੁਣ ਪ੍ਰਾਈਮ ਮਿਨਿਸਟਰ ਖੁਦ ਜਾਣੇ। ਪਰ ਸਿਚੁਏਸ਼ਨ ਇਹ ਆ ਵੀ ਦੇਸ਼ ਇਸ ਵੇਲੇ ਹੰਗਾਮੀ ਹਾਲਤ ਕਹਿ ਲਓ ਕਿ ਐਮਰਜੈਂਸੀ ਸਿਚੁਏਸ਼ਨ ਵਿੱਚ ਆ ਜੀ। ਜੌਹਰ ਸਾਹਿਬ ਅਗਲੀ ਖਬਰ ਜੋ ਕੱਲ ਗੁਰਪ੍ਰੀਤ ਢਿੱਲੋਂ ਨੇ ਸਾਨੂੰ WhatsApp ਵੀ ਕੀਤਾ ਐਂਡ ਬਹੁਤ ਖੁਸ਼ੀ ਦੀ ਖਬਰ ਵੀ ਹੈ ਕਿ ਟ੍ਰਾਂਜ਼ਿਟ ਬੱਸ ਰਾਈਡ ਬਿਕਮਸ ਫ੍ਰੀ ਫॉर ਬਰੈਂਪਟਨ ਸੀਨੀਅਰਸ ਜੀ। ਵੈਸੇ ਵੀ ਹੁਣ ਤੱਕ $1 ਹੀ ਰਹਿ ਗਿਆ ਸੀਗਾ ਹਾਂਜੀ ਤੇ ਉਹ $1 ਹੈ ਜਿਹੜਾ ਵੀ ਉਹ ਵੀ ਹੁਣ ਜ਼ਿਆਦਾ ਲੱਗਣਾ 28 ਫਰਵਰੀ ਨੂੰ ਤੇ ਉਹਦੇ ਨਾਲ ਫਿਰ ਜਿਹੜਾ $15 ਦਾ ਪਾਸ ਜਾਣੀ ਬਣਦਾ ਸੀ ਉਹ ਵੀ ਖਤਮ ਹੋ ਜਾਣਾ। ਹੁਣ ਜਿਹੜੇ ਸੀਨੀਅਰਸ ਆ ਵੀ ਆਪਣਾ ਜਿਹੜਾ ਉਹਨਾਂ ਦਾ ਸੀਨੀਅਰਸ ID ਆ ਮਤਲਬ ਜਿਹੜੀ ID ਇਹ ਦੱਸਦੀ ਹੋਵੇ ਕਿ ਸਾਡੀ ਉਮਰ ਆ ਦੇਖੋ ਜੀ 65 ਸਾਲ ਜਾਂ ਉਹ ਤੋਂ ਜ਼ਿਆਦੀ ਆ ਜੀ ਤੇ ਫਿਰ ਜਿਹੜਾ ਜੀ ਪ੍ਰੈਸਟੋ ਕਾਰਡ ਜਿਹੜਾ ਉਹ ਬਣਦਾ ਹੀ ਆ ਨੈਚੁਰਲੀ ਇੱਥੇ GTA ਦੇ ਵਿੱਚ ਟ੍ਰਾਂਜ਼ਿਟ ਯੂਜ਼ ਕਰਨ ਦੇ ਵਾਸਤੇ ਜਿਹਦੇ ਵਿੱਚ ਕਿ ਜਾਣੀ ਕਿ ਅਪਲੋਡ ਕੀਤਾ ਜਾਂਦਾ ਹੁੰਦਾ ਸੀਗਾ ਬਰੈਂਪਟਨ ਦਾ ਫੇਅਰ ਵੀ ਤੇ ਹੁਣ ਉਹ ਫੇਅਰ ਜਿਹੜਾ ਜੀ 0 ਅਪਲੋਡ ਹੋ ਜਾਇਆ ਕਰਨਾ ਤੇ ਉਹ ਪ੍ਰੈਸਟੋ ਕਾਰਡ ਦੇ ਨਾਲ ਹੀ ਜਾਣੀ ਕਿ ਫਿਰ ਟਰੈਵਲ ਜਿਹੜਾ ਸੀਨੀਅਰਸ ਆ ਉਹ ਬਰੈਂਪਟਨ ਦੀਆਂ ਬੱਸਾਂ ਦੇ ਵਿੱਚ ਉਹ ਫ੍ਰੀ ਕਰ ਸਕਣਗੇ। ਪਰ ਉਹ ਬਰੈਂਪਟਨ ਦੇ ਰੈਜ਼ੀਡੈਂਟ ਹੋਣੇ ਚਾਹੀਦੇ ਸੀਨੀਅਰਸ ਹਨਾ ਹਾਂਜੀ ਹਾਂਜੀ ਉਹ ਉਹਨਾਂ ਦੀ ID ਨੇ ਦੱਸਣਾ ਵੀ ਉਹ ਰੈਜ਼ੀਡੈਂਟ ਬਰੈਂਪਟਨ ਦੇ ਹੈਗੇ ਆ। ਪਰ ਹੁਣ ਇਹ ਨੀਗਾ ਵੀ ਆਪਾਂ ਜਾਣੀ ਕਿ ਬਜ਼ੁਰਗ ਵੀ ਹੋਈਏ ਤੇ ਜਿੱਦਾਂ ਇੰਸ਼ੋਰੈਂਸ ਲੈਣ ਲਈ ਹੁੰਦਾ ਵੀ ਅਸੀਂ ਰਹਿੰਦੇ ਬਰੈਂਪਟਨ ਵਿੱਚ ਐਡਰੈਸ ਕੋਈ ਬਾਹਰਲਾ ਦਿੰਦੇ ਆ ਤੇ ਫਿਰ ਹੁਣ ਅਸੀਂ ਸੀਨੀਅਰਸ ਹੋ ਕੇ ਜਾਣੀ ਜਿਨ੍ਹਾਂ ਨੇ ਬੱਚਿਆਂ ਨੂੰ ਬਾਬੇ ਦਾਦਿਆਂ ਨੇ ਦਾਦੀਆਂ ਨੇ ਅਕਲ ਦੇਣੀ ਆ ਵੀ ਤੁਸੀਂ ਵਧੀਆ ਨਾਗਰਿਕ ਬਣਨਾ ਤੇ ਉਹ ਆਪ ਝੂਠ ਮਾਰਨਗੇ ਵੀ ਜੇ ਉਹ ਬਰੈਂਪਟਨ ਦੇ ਵਿੱਚ ਨਹੀਂ ਰਹਿੰਦੇ ਤੇ ਇਹੋ ਜਿਹੀ ID ਬਣਾਉਣਗੇ ਵੀ ਅਸੀਂ ਬਰੈਂਪਟਨ 'ਚ ਰਹਿੰਦੇ ਆ। ਸੋ ਆਪਾਂ ਕੈਨੇਡੀਅਨ ਆ ਆਪਾਂ ਕਿਰਦਾਰ ਤੋਂ ਕੈਨੇਡੀਅਨ ਬਣੀਏ। ਇਹ ਫੈਸਿਲਿਟੀ ਬਰੈਂਪਟਨ ਦੇ ਰੈਜ਼ੀਡੈਂਟ ਸੀਨੀਅਰਸ ਨੂੰ ਦਿੱਤੀ ਗਈ ਆ ਜਿਹੜੇ ਕਿ ਅਸੀਂ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਉਹਨਾਂ ਦੇ ਚਰਨਾਂ ਨੂੰ ਹੱਥ ਲਾ ਕੇ ਵੀ ਕਹਿੰਦੇ ਆਪਾਂ ਮਿਸਯੂਜ਼ ਨਹੀਂ ਕਰਾਂਗੇ ਸਿਆਣੇ ਬਣਾਂਗੇ। ਸੋ ਆਸ ਕਰਦੇ ਹਾਂ ਸਾਰਿਆਂ ਤੋਂ। ਲੇਕਿਨ ਇਹ ਬਹੁਤ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਗੁਰਪ੍ਰੀਤ ਢਿੱਲੋਂ ਉਹਨਾਂ ਨੇ ਕਾਫੀ ਇਸ ਤੇ ਮਿਹਨਤ ਵੀ ਕੀਤੀ ਉਹਨਾਂ ਦੇ ਸਟਾਫ ਨੇ ਵੀ ਕੀਤੀ ਬਾਕੀ ਸਾਰੀ ਸਿਟੀ ਕੌਂਸਲ ਮੇਅਰ ਨੇ ਵੀ ਤੁਹਾਨੂੰ ਪਤਾ ਵੀ ਇਨਕਲੂਡਿੰਗ ਇਹਦੇ ਵਿੱਚ ਅਨਾਊਂਸਮੈਂਟਸ ਉਹਨਾਂ ਦੀਆਂ ਵੀ ਆਈਆਂ ਸੀਗੀਆਂ ਜੀ। ਕੁੱਲ ਮਿਲਾ ਕੇ ਜਾਣੀ ਕਿ ਇਹ ਇਲੈਕਸ਼ਨ ਦਾ ਪ੍ਰੋਮਿਸ ਸੀਗਾ। ਇਲੈਕਸ਼ਨ ਤੋਂ ਬਾਅਦ ਇੱਥੇ ਕੰਮ ਕੀਤਾ ਗਿਆ ਤੇ ਸਿਟੀ ਕੌਂਸਲ ਨੇ ਆਪਾਂ ਕਹਿ ਸਕਦੇ ਮੇਅਰ ਨੇ ਵੀ ਇਹ ਪ੍ਰੋਮਿਸ ਹੈ ਜਿਹੜਾ ਜੋ ਡਿਲੀਵਰ ਕੀਤਾ ਜਿਹਦੇ ਵਿੱਚ ਗੁਰਪ੍ਰੀਤ ਢਿੱਲੋਂ ਹੋਣਾ ਨੇ ਬਾਕੀ ਕੌਂਸਲਰਸ ਨੇ ਮੋਹਰੀ ਭੂਮਿਕਾ ਵੀ ਨਿਭਾਈ ਹੈ। ਇਹਦੇ ਨਾਲ ਹੀ ਹੁਣ ਆਪਣਾ ਜਿਹੜਾ ਕੰਮ ਹੈ ਜੀ ਵੀ ਉਹ ਸਨੋ ਰਿਮੂਵਲ ਜਿਹੜੀ ਮਿਲਦੀ ਆ ਗ੍ਰਾਂਟ ਜਿਹੜੀ ਕਿ ਕਾਫੀ ਆਪਾਂ ਦੱਸਿਆ ਕਾਫੀ ਜਿਹੜਾ ਪੇਪਰ ਸੀਨੀਅਰਸ ਨੂੰ ਕਰਨਾ ਪੈਂਦਾ ਹਨਾ ਤੇ ਉਹਦੇ ਤੇ ਕੰਮ ਹੁਣ ਜਾਰੀ ਆ ਵੀ ਹੋਪਫੁਲੀ ਕਿਉਂਕਿ ਸਟਾਫ ਹਾਂਜੀ ਆ ਜੀ ਜੀ ਤੋ ਜਿਹੜੇ ਮਤਲਬ CAO ਸੀਗੇ ਬਰੈਂਪਟਨ ਦੇ ਡੇਵਿਡ ਬੈਰਿਕ ਉਹਨਾਂ ਦੀ ਵੀ ਛੁੱਟੀ ਹੋ ਚੁੱਕੀ ਆ। ਉਹਨਾਂ ਦੀ ਜਗ੍ਹਾ ਤੇ ਜਾਣੀ ਕਿ ਵੀ ਨਵੇਂ CAO ਆਏ ਆ ਪੌਲ ਮੋਰਿਸਨ ਆਰਜੀ ਤੌਰ ਤੇ ਟੈਂਪੋਰੇਰੀ ਤੇ ਸਟਾਫ ਹੈ ਜਿਹੜਾ ਜੀ ਉਹ ਵੀ ਹੁਣ ਜਿਹੜੀ ਇਲੈਕਸ਼ਨ ਤੋਂ ਬਾਅਦ ਪਤਾ ਨਹੀਂ ਲੱਗਦਾ ਵੀ ਉਹਦੇ ਵਿੱਚ ਰੱਦੋ ਬਦਲ ਵੀ ਹੋ ਸਕਦੀ ਆ। ਸੋ ਇਸ ਕਰਕੇ ਲੇਕਿਨ ਕਿ ਆਪਣਾ ਕੰਮ ਜਾਰੀ ਆ। ਜੇ ਇਸ ਕੌਂਸਲ ਦੇ ਵਿੱਚ ਜਾਂ ਇਸ ਸਾਲ ਜਿਹੜੀ ਗ੍ਰਾਂਟ ਕਲੇਮ ਕਰਨੀ ਸੀਨੀਅਰਸ ਨੇ ਉਹਦੇ ਲਈ ਬਹੁਤਾ ਕੁਝ ਨਾ ਹੋ ਸਕਿਆ ਕਿਉਂਕਿ ਐਪਲੀਕੇਸ਼ਨ ਪ੍ਰੋਸੈਸ ਆ ਜਿਹੜਾ ਐਂਡ ਆਫ ਮਾਰਚ ਜਾਨੀ ਅਪ੍ਰੈਲ ਤੱਕ ਹੀ ਅਪਲਾਈ ਕੀਤਾ ਜਾ ਸਕਦਾ ਹੁੰਦਾ। ਸਨੋ ਰਿਮੂਵਲ ਗ੍ਰਾਂਟ ਜਿਹੜੀ $200 ਜਾਂ $300 ਸੀਨੀਅਰਸ ਨੂੰ ਮਿਲਦੀ ਹੈ ਪਰ ਇਹਦੇ ਤੇ ਕੰਮ ਆਪਣਾ ਜਾਰੀ ਆ ਜੀ ਵੀ ਹੋਪਫੁਲੀ ਇਸ ਸਾਲ ਦੇ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਨਹੀਂ ਤੇ ਨੈਕਸਟ ਈਅਰ ਵਾਸਤੇ ਵੀ ਇਹਨੂੰ ਬਿਲਕੁਲ ਸਿੰਪਲੀਫਾਈ ਕਰਵਾ ਦਿੱਤਾ ਜਾਵੇ ਵੀ ਸੀਨੀਅਰਸ ਜਿਹੜੇ ਹੈਗੇ ਆ ਜੇ ਉਹਨਾਂ ਨੂੰ $200 ਤੁਸੀਂ $300 ਦੇਣਾ ਹੀ ਹੈ ਤੇ ਫਿਰ ਦੇ ਦਿਓ ਉਹਨਾਂ ਦੇ ਪ੍ਰੋਪਰਟੀ ਟੈਕਸ ਚੋਂ ਕੱਟ ਲਓ ਮਤਲਬ ਉਹਨਾਂ ਨੂੰ ਇੰਨਾ
ਵੇਵ ਕਰ ਦਿਓ $200 ਜਸਟ ਬਿਨਾਂ ਕਿਸੇ ਹੋਰ ਕਾਰਵਾਈ ਤੋਂ, ਜਾਂ ਹੋਰ ਕੋਈ ਸਿੰਪਲੀਫਾਈਡ ਤਰੀਕਾ ਜਿਹੜਾ ਜੀ ਆਪਣਾ ਕੇ ਉਹਨਾਂ ਨੂੰ $200 ਜੇ ਦੇਣੇ ਆ ਸਿਟੀ ਨੇ ਤਾਂ ਆਰਾਮ ਨਾਲ ਦੇ ਦਿੱਤੇ ਜਾਣ। ਉਹਨਾਂ ਨੂੰ ਕਾਗਜ਼ੀ ਇਹ ਕੰਟਰੈਕਟ ਲਿਆਓ ਜੀ, ਰਸੀਦਾਂ ਲਿਆਓ, ਇਹੋ ਜਿਹੇ ਚੱਕਰਾਂ 'ਚ ਨਹੀਂ ਪਾਉਣਾ ਚਾਹੀਦਾ। ਔਰ ਜੇ ਤੁਸੀਂ ਆਪਾਂ ਬਰੈਂਪਟਨ ਦੀ ਟ੍ਰਾਂਸਲੇਟ ਦੀ ਗੱਲ ਕੀਤੀ ਹੈ, ਉੱਥੇ ਮਿਸਿਸਾਗਾ LRT ਦੀ ਵੀ ਕੁਇਕਲੀ ਵਾਈਂਡ ਅਪ ਕਰਦੇ ਜੀ। ਬਰਥਡੇ ਗਿਫਟ ਮਿਸਿਸਾਗਾ LRT ਨੇਮਡ ਆਫਟਰ ਹੇਜ਼ਲ ਮੈਕੈਲੀਅਨ, ਇਹ ਬਹੁਤ ਵੱਡੀ ਨਿਊਜ਼ ਹੈ ਜੀ। ਹਾਂਜੀ ਬਿਲਕੁਲ, ਦੇਖੋ ਇਹ ਹੇਜ਼ਲ ਮੈਕੈਲੀਅਨ ਦੀ ਆਪਾਂ ਗੱਲ ਕੀਤੀ ਆ ਪਿਛਲੇ ਦਿਨਾਂ 'ਚ ਪ੍ਰੋਗਰਾਮ ਦੇ ਵਿੱਚ ਕਿ ਭਈ 101 ਸਾਲ ਦੇ ਉਹਨਾਂ ਦਾ ਜਨਮ ਦਿਨ ਸੀਗਾ ਕੱਲ੍ਹ, ਤੇ ਜਨਮ ਦਿਨ ਜਿਹੜਾ ਜੀ ਫਿਰ ਮਨਾਇਆ, ਤੇ ਉਹਦੇ ਨਾਲ ਹੀ ਮੇਅਰ ਮਿਸਿਸਾਗਾ ਦੇ ਵੀ ਹੈ ਨਾ ਬੋਨੀ ਕਰੋਂਬੀ, ਤੇ ਇਹਦੇ ਨਾਲ ਹੀ ਪ੍ਰੀਮੀਅਰ ਡਗ ਫੋਰਡ, ਇਹਨਾਂ ਦੇ ਵੱਲੋਂ ਜਾਣੀ ਕਿ ਗਿਫਟ ਕਰਨ ਵਾਲੀ ਗੱਲ ਹੋਈ ਹੈ। ਇਹ ਮਿਸਿਸਾਗਾ ਦੇ ਵਿੱਚ ਜਿਹੜੀ ਇਹ ਹਾਈਵੇ 10 ਦੇ ਉੱਤੇ ਜਾਂ ਹੋਰ ontario ਤੇ ਕਹਿ ਲਓ ਵੀ ਬਣ ਰਹੀ ਆ ਲਾਈਟ ਰੇਲ ਟ੍ਰਾਂਜ਼ਿਟ ਹੈ ਨਾ, ਤੇ ਉਹ ਪੂਰੇ ਦਾ ਪੂਰਾ ਜੇ ਰੂਟ ਆ ਜਿਹੜਾ ਉਹ ਡਿਵੈਲਪ ਹੋ ਰਿਹਾ। ਬਰੈਂਪਟਨ ਦੀ ਸਿਟੀ ਕੌਂਸਲ ਨੇ ਤਾਂ ਚਲੋ ਆਪਣੀ ਫੁੱਟ ਕਰਕੇ ਉਹ ਸਾਰੀ ਦੀ ਸਾਰੀ ਗ੍ਰਾਂਟ ਤੋਂ ਨਾ ਹੀ ਕਰ ਦਿੱਤੀ ਸੀ ਵੀ ਬਰੈਂਪਟਨ ਤੱਕ ਤਾਂ ਨਹੀਂ ਉਹ ਐਕਸਟੈਂਡ ਹੋਣੀ, ਹੁਣ ਭਾਵੇਂ ਅੱਕੀ ਪਲਾਈ ਹੱਥ ਮਾਰਦੇ ਹੁਣ ਬਾਅਦ ਦੇ ਵਿੱਚ, ਪਰ ਉਹ ਮਿਸਿਸਾਗਾ ਦੇ ਵਿੱਚ ਬਣਨੀ ਆ। ਤੇ ਉਹਦਾ ਨਾਂ ਜਿਹੜਾ ਜੀ ਹੇਜ਼ਲ ਮੈਕੈਲੀਅਨ ਨੂੰ ਕਹਿ ਲਓ ਡੈਡੀਕੇਟ ਕੀਤਾ, ਸਮਰਪਿਤ ਕਰ ਦਿੱਤਾ ਗਿਆ। ਸੋ ਉਹ ਹੁਣ ਹੇਜ਼ਲ ਮੈਕੈਲੀਅਨ ਹੁਣੀ ਜੀ ਵੀ ਜਿਉਂਦਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਦੇਖ ਸਕੇ ਨੇ। ਆਮ ਤੌਰ ਤੇ ਜ਼ਿੰਦਗੀ ਤੋਂ ਬਾਅਦ ਦੇ ਵਿੱਚ ਕਰਦੀਆਂ ਗੱਲਾਂ ਚੱਲਦੀਆਂ, ਪਰ ਪਿਛਲੇ ਦਿਨੀ ਜਿਸ ਤਰ੍ਹਾਂ ਸਰਦਾਰ ਗੁਰਬਖਸ਼ ਸਿੰਘ ਮੱਲੀ ਹੁਣਾਂ ਦੇ ਨਾਂ ਤੇ ਪਾਰਕ ਬਰੈਂਪਟਨ ਦੇ ਵਿੱਚ ਰੱਖਿਆ ਗਿਆ, ਉਹ ਵੀ ਅਜੇ ਕਾਇਮ ਮੁਕਾਮ ਨੇ ਦੁਨੀਆ ਦੇ ਵਿੱਚ, ਉਮਰ ਲੰਬੀ ਕਰੇ ਪ੍ਰਮਾਤਮਾ। ਏਦਾਂ ਹੀ ਵੀ ਜਿਹੜੇ ਹੇਜ਼ਲ ਮੈਕੈਲੀਅਨ ਆ 101 ਸਾਲ ਕਾਇਮ ਮੁਕਾਮ ਨੇ, ਤੇ ਉਹਨਾਂ ਦੇ ਨਾਂ ਤੇ LRT ਹੋਵੇਗੀ ਜੀ। ਜੋਲ ਸਾਹਿਬ ਕੁਇਕਲੀ ਲਾਸਟ ਕੁਐਸਚਨ ਹੈ ਜੀ, ਵਾਈਂਡ ਅਪ ਕਰਦੇ ਆ ਜੀ। ਗ੍ਰੇਡ 12 ਸਟੂਡੈਂਟ, ਕੱਲ੍ਹ ਦੀ ਖਬਰ ਕਾਫੀ ਦਰਦਨਾਕ ਸੀ ਐਂਡ ਵੈਰੀ ਸ਼ੌਕਿੰਗ ਸੀ, 18 ਸਾਲ ਦੀ ਉਮਰ ਦੇ ਵਿੱਚ ਸ਼ਾਟ ਐਂਡ ਕਿਲਡ ਸਕਾਰਬਰੋ ਦੇ ਵਿੱਚ ਜੀ। ਇਹ ਦੇਖੋ ਵੀ ਹੈਰਾਨੀ ਦੀ ਗੱਲ ਆ ਵੀ ਇਹ ਡੇਵਿਡ ਮੈਰੀ ਥਾਮਸਨ ਕਾਲਜੀਏਟ ਹਾਈ ਸਕੂਲ ਆ ਉੱਥੇ ਸਕਾਰਬਰੋ ਦੇ ਵਿੱਚ, ਜਿੱਥੇ ਕਿ ਇਹ ਮਰਡਰ ਹੋਇਆ ਜੀ। 3 ਵਜੇ ਇਹ ਘਟਨਾ ਵਾਪਰੀ ਆ, ਜਿਹਦੇ ਵਿੱਚ ਕਿ ਸਿਚੁਏਸ਼ਨ ਇਹ ਬਣੀ ਆ ਵੀ 12ਵੀਂ ਕਲਾਸ ਦਾ ਇਹ ਲੜਕਾ ਸੀਗਾ, ਤੇ 3 ਵਜੇ ਤੁਹਾਨੂੰ ਪਤਾ ਵੀ ਉਦੋਂ ਲਗਭਗ ਜਿਹੜੀ ਬੱਚਿਆਂ ਦੀ ਸਟਾਫ ਦੀ ਛੁੱਟੀ ਦੀ ਤਿਆਰੀ ਸ਼ੁਰੂ ਹੋ ਜਾਂਦੀ ਆ, ਪਰ ਉਸ ਵੇਲੇ ਵੀ ਜਾਣੀ ਇਹਨੂੰ ਹਾਲਵੇ ਦੇ ਵਿੱਚ ਹੀ ਗੋਲੀ ਮਾਰ ਕੇ ਤੇ ਉੱਥੋਂ ਜਿਹੜਾ ਉਹ ਸ਼ੂਟਰ ਆ ਉਹ ਰਫੂ ਚੱਕਰ ਹੋ ਗਿਆ। ਸੋ ਵੀ ਇਹ ਟਾਰਗੇਟਡ ਜਾਣੀ ਕਿ ਲੱਗਦਾ ਗਿਣ ਮਿੱਥ ਕੇ ਪੂਰੀ ਪਲੈਨਿੰਗ ਦੇ ਨਾਲ ਇਹਨੂੰ ਉੱਥੇ ਸ਼ੂਟ ਕੀਤਾ ਗਿਆ ਮੁੰਡੇ ਨੂੰ ਜੀ। ਸੋ ਇਹ ਅੱਜ ਵੀ ਹੁਣ ਇਹ ਆਮ ਤੌਰ ਤੇ ਪੁਲਿਸਾਂ ਫਿਰ ਕਹਿੰਦੀਆਂ ਹੁੰਦੀਆਂ ਵੀ ਇਹ ਜਿਹੜੇ ਮਰਨ ਵਾਲੇ ਜਾਂ ਮਾਰਨ ਵਾਲੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹਿਲੋਂ, ਜਾਂ ਜੀ ਜੋ ਕੋਈ ਨਾ ਕੋਈ ਬਾਅਦ ਦੇ ਵਿੱਚ ਅੜੀਆਂ ਜ਼ਿੱਦਾਂ ਦੇ ਨਾਲ ਗੱਲਾਂ ਵਧੀਆਂ ਹੁੰਦੀਆਂ। ਸੋ ਇੰਨੀ ਕੀ ਉਮਰ ਹੈ, ਸਕੂਲ ਦੇ ਵਿੱਚ ਇਹ ਘਟਨਾ ਵਾਪਰੀ ਹੈ, ਪੇਰੈਂਟਸ ਵਾਸਤੇ ਸਾਰੇ ਬੱਚਿਆਂ ਵਾਸਤੇ ਬੜਾ ਵੱਡਾ ਲੈਸਨ ਹੈ। ਤੇ ਸਕੂਲ ਜਿਹੜੇ ਜੀ ਵੀ ਆਪਾਂ ਆਮ ਤੌਰ ਤੇ ਸਮਝਦੇ ਹਾਂ ਵੀ ਇਹ ਨਾ ਉੱਥੇ ਕੁਝ ਪੜ੍ਹਨ ਜਾਣ ਤੇ ਸਿੱਖਣ ਜਾਣ ਵਾਸਤੇ ਆ, ਹਨਾ ਵੀ ਜੇ ਬੱਚਿਆਂ ਨੂੰ ਸਭ ਕੁਝ ਹੀ ਪਹਿਲਾਂ ਪਤਾ ਹੋਵੇ ਸਕੂਲੇ ਜਾਣ ਦੀ ਤਾਂ ਲੋੜ ਹੀ ਨਹੀਂ ਨਾ। ਰਾਈਟ, ਬੱਚੇ ਹੋਣ ਦਾ ਮਤਲਬ ਹੀ ਇਹ ਆ ਵੀ ਉਹਨੂੰ ਅਜੇ ਪੇਰੈਂਟਸ ਦੀ ਟੀਚਰਸ ਦੀ ਲੋੜ ਆ ਵੀ ਉਹਨੇ ਜ਼ਿੰਦਗੀ 'ਚ ਹਜੇ ਬਹੁਤ ਕੁਝ ਸਿੱਖਣਾ ਆ। ਹੁਣ ਬੱਚਾ ਇੱਕ ਜੇ ਟੀਨ ਏਜ ਹੋ ਕੇ ਕਵੇ ਵੀ ਹੁਣ ਪੇਰੈਂਟਸ ਵੀ ਪਾਸੇ ਹੋ ਜਾਓ, ਟੀਚਰ ਵੀ ਪਾਸੇ ਹੋ ਜਾਓ, ਮੇਰੇ ਵਰਗਾ ਤੇ ਦੁਨੀਆ 'ਚ ਜੰਮਿਆ ਹੋਰ ਕੋਈ ਨਹੀਂ। ਸੋ ਤਦ ਕਰਕੇ ਇਹ ਆ ਵੀ ਹੰਕਾਰ ਤੇ ਜ਼ਿੱਦ ਅੜੀਆਂ ਇਹ ਕਾਫੀ ਨੁਕਸਾਨ ਦੇ ਜੀਵਨ ਦੇ ਵਿੱਚ ਹੋ ਸਕਦੇ ਨੇ। ਬੱਚੇ ਦੀ ਜ਼ਿੰਦਗੀ ਦਾ ਨੁਕਸਾਨ ਹੋਇਆ, ਵੀ ਡੋਂਟ ਨੋ ਵਟ ਦ ਰੀਜ਼ਨ ਇਜ਼, ਬਟ ਸਟਿਲ ਜਾਣੀ ਕਿ ਉਹ ਸਭ ਕੁਛ ਇਨਵੈਸਟੀਗੇਟ ਹੋਇਆ। ਪਰ ਇਹ ਜੇ ਉਹਨਾਂ ਨੇ ਗਿਣ ਮਿੱਥ ਕੇ ਜਾਣੀ ਕੋਈ ਗੱਲ ਕਿਸੇ ਨਾ ਕਿਸੇ ਪੱਖੋਂ ਦੋਨੇ ਪਾਸੇ ਚੱਲਦੀ ਹੋ ਸਕਦੀ ਹੈ ਜੇ ਇਹ ਸਿਚੁਏਸ਼ਨ ਬਣੀ ਆ ਤਾਂ। ਪਰ ਦੂਸਰੇ ਪਾਸੇ ਇਹ ਹੈ ਜੀ ਜਾਣੀ ਥੋੜਾ ਜਿਹਾ ਇਹ ਸਮਝਣ ਦੀ ਲੋੜ ਹੈ ਹਰ ਸਵੇਰ ਬੱਚੇ ਨੂੰ ਕਿ ਜਦੋਂ ਉਹ ਸਕੂਲ ਜਾ ਰਿਹਾ ਹੈ ਉਹ ਕੁਝ ਉੱਥੇ ਇਸ ਕਰਕੇ ਜਾ ਰਿਹਾ ਵੀ ਉਹਨੂੰ ਕੁਛ ਨਹੀਂ ਆਉਂਦਾ। ਜੇ ਉਹਨੂੰ ਸਭ ਕੁਛ ਆਉਂਦਾ ਫਿਰ ਉਹਨੂੰ ਉੱਥੇ ਜਾਣ ਦੀ ਲੋੜ ਨਹੀਂ। ਉਹ ਇਸ ਕਰਕੇ ਜਾ ਰਿਹਾ ਘਰੋਂ ਤਿਆਰ ਹੋ ਕੇ ਬਸਤਾ ਲੈ ਕੇ ਲੰਚ ਬਾਕਸ ਚੁੱਕ ਕੇ ਵੀ ਉਹਨੂੰ ਕੁਛ ਨਹੀਂ ਆਉਂਦਾ, ਜਿਹਨੂੰ ਉਹ ਸਿੱਖਣ ਵਾਸਤੇ ਸਕੂਲ ਜਾ ਰਿਹਾ ਹੈ। ਸੋ ਸਿੱਖ ਕੇ ਆਇਆ ਜਾਵੇ, ਆਪਣੀ ਜ਼ਿੰਦਗੀ ਨੂੰ ਬਿਹਤਰ ਕੀਤਾ ਜਾਵੇ, ਇਹ ਸਕੂਲਿੰਗ ਦਾ ਐਜੂਕੇਸ਼ਨ ਦਾ ਪਰਪਸ ਹੈ। ਬਹੁਤ ਬਹੁਤ ਇਹ ਦੁਖਦਾਈ ਘਟਨਾ ਵਾਪਰੀ ਹੈ ਜਿਹੜੀ ਨਹੀਂ ਸੀ ਵਾਪਰਨੀ ਚਾਹੀਦੀ ਸੀ ਕਦੀ ਵੀ। ਆਲਰਾਈਟ ਜੋਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।